Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਲੈਕਚਰ ਦੇ ਵਿੱਚ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਉਹ ਹੈ ਜੋ ਆਪਾਂ ਆਪਣਾ ਲਾਸਟ ਲੈਕਚਰ ਦੇ ਵਿੱਚ ਕੰਮ ਕੀਤਾ ਸੀ, ਜੋ ਕਿ ਸੀ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ। ਜੋ ਆਪਾਂ ਕਿਹਾ ਸੀ ਵੀ ਇਹ ਕਹਿੰਦਾ ਹੈ ਵੀ ਜਿਵੇਂ ਜਿਵੇਂ ਆਪਾਂ ਕਿਸੇ ਵੀ ਚੀਜ਼ ਦੀਆਂ ਹੋਰ ਇਕਾਈਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਹਰੇਕ ਅਗਲੀ ਇਕਾਈ ਤੋਂ ਮਿਲਣ ਵਾਲਾ ਜਿਹੜਾ ਸੀਮਾਂਤ ਤੁਸ਼ਟੀਗੁਣ ਹੈ ਉਹ ਕੀ ਹੋਏਗਾ, ਘਟੇਗਾ। ਤਾਂ ਮੈਂ ਉਹਦੇ 'ਚ ਇਹ ਵੀ ਗੱਲ ਕਹੀ ਸੀ ਵੀ ਆਮ ਤੌਰ ਤੇ ਜਿਹੜੇ ਸਟੂਡੈਂਟਸ ਹੈ ਉਹ ਇੱਕ ਗਲਤੀ ਕਰ ਜਾਂਦੇ ਆ ਵੀ ਜਦੋਂ ਵੀ ਉਹ ਇਸ ਤਰ੍ਹਾਂ ਦਾ ਟੇਬਲ ਬਣਾਉਂਦੇ ਹੈ ਜਾਂ ਡਾਇਗਰਾਮ ਬਣਾਉਂਦੇ ਹੈ ਉਹਦੇ 'ਚ ਕੀ ਕਰਦੇ ਹੈ ਵੀ ਇੱਕ ਪਾਸੇ ਤਾਂ ਉਪਭੋਗ ਦੀਆਂ ਇਕਾਈਆਂ ਜਿਹੜੀਆਂ ਉਹ ਸਹੀ ਲੈ ਲੈਂਦੇ ਆ, ਜਿਵੇਂ ਕਿ 1 2 3 4 5 6 7 8 ਇਸ ਤਰ੍ਹਾਂ ਉਹ ਸਹੀ ਲੈ ਲੈਣਗੇ। ਪਰ ਗਲਤੀ ਕਿੱਥੇ ਕਰਦੇ ਆ, ਜਦੋਂ ਉਹ ਨਾਲ ਦਾ ਕਾਲਮ ਲੈਂਦੇ ਹੈ ਉਥੇ ਕਈ ਵਾਰੀ ਗਲਤੀ ਨਾਲ ਜਿਹੜਾ ਹੈ ਉਹ ਕੁੱਲ ਤੁਸ਼ਟੀਗੁਣ ਜਿਹੜਾ ਹੈ ਉਹ ਲਿਖ ਦਿੰਦੇ ਨੇ। ਤਾਂ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਵੀ ਜੋ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਹੈ ਉਹ ਹੈ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ। ਮਤਲਬ ਆਪਾਂ ਜੋ ਹਰ ਵਾਰੀ ਘਟਾਣਾ ਹੈ ਉਹ ਕੀ ਘਟਾਣਾ ਹੈ, ਉਹ ਆਪਾਂ ਸੀਮਾਂਤ ਤੁਸ਼ਟੀਗੁਣ ਘਟਾਣਾ ਹੈ, ਉਹ ਆਪਾਂ ਕੁੱਲ ਤੁਸ਼ਟੀਗੁਣ ਜਿਹੜਾ ਉਹ ਨਹੀਂ ਘਟਾਣਾ। ਤਾਂ ਜਦੋਂ ਵੀ ਆਪਾਂ ਦੂਸਰਾ ਕਾਲਮ ਲਵਾਂਗੇ ਆਪਣੇ ਟੇਬਲ ਦੇ ਵਿੱਚ ਤਾਂ ਉਹ ਕਿੰਦਾ ਲਵਾਂਗੇ, ਸੀਮਾਂਤ ਤੁਸ਼ਟੀਗੁਣ ਦਾ ਲਵਾਂਗੇ। ਨੰਬਰ 2 ਜਦੋਂ ਆਪਾਂ ਡਾਇਗਰਾਮ ਬਣਾਵਾਂਗੇ ਤਾਂ y ਐਕਸਿਸ ਤੇ ਕੁੱਲ ਤੁਸ਼ਟੀਗੁਣ ਨਹੀਂ ਲੈਣਾ, y ਐਕਸਿਸ ਤੇ ਹਮੇਸ਼ਾ ਜਿਹੜਾ ਹੈ ਉਹ ਸੀਮਾਂਤ ਤੁਸ਼ਟੀਗੁਣ ਲਿਆ ਜਾਏਗਾ। ਤਾਂ ਹੀ ਤੁਹਾਡੀ ਜਿਹੜੀ ਵਕਰ ਹੈ ਉਹ ਹੇਠਾਂ ਵੱਲ ਆਏਗੀ, ਤੇ ਜਿਹੜੀ ਵਕਰ ਹੇਠਾਂ ਵੱਲ ਆਏਗੀ ਉਹ ਕਿਸ ਚੀਜ਼ ਦੀ ਵਕਰ ਹੋਏਗੀ, ਉਹ ਹੋਏਗੀ ਸੀਮਾਂਤ ਤੁਸ਼ਟੀਗੁਣ ਦੀ ਵਕਰ। ਠੀਕ ਹੈ। ਤਾਂ ਪਰ ਆਪਾਂ ਕਿਹਾ ਸੀ ਵੀ ਜੇਕਰ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਉਹ ਲਾਗੂ ਹੋਵੇ ਤਾਂ ਉਹਦੇ ਵਾਸਤੇ ਕੀ ਕਰਨਾ ਪਏਗਾ, ਉਹਦੇ ਵਾਸਤੇ ਆਪਾਂ ਨੂੰ ਕੁਝ ਮਾਨਤਾਵਾਂ ਜਿਹੜੀਆਂ ਨੇ ਉਹ ਲੈਣੀਆਂ ਪੈਣਗੀਆਂ। ਪਹਿਲੀ ਮਾਨਤਾ ਜਿਹੜੀ ਹੈ ਉਹ ਇਹ ਲੈਣੀ ਪਏਗੀ ਵੀ ਜਿਹੜਾ ਵੀ ਉਪਭੋਗ ਕੀਤਾ ਜਾਏਗਾ ਉਹ ਲਗਾਤਾਰ ਹੋਣਾ ਚਾਹੀਦਾ ਹੈ। दूसरी मान्यता की सी भी ਜਿਹੜਾ ਵੀ ਵਸਤੂ ਦਾ ਉਪਭੋਗ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਇੱਕ ਸਥਿਰ ਇਕਾਈਆਂ ਜਿਹੜੀਆਂ ਉਹਦੀ ਵਰਤੋਂ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਦਾ ਉਪਭੋਗ ਕੀਤਾ ਜਾ ਰਿਹਾ ਹੈ ਉਹਦੇ ਸਵਾਦ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਵ ਜਿਹੜਾ ਹੈ ਉਹ ਨਹੀਂ ਆਉਣਾ ਚਾਹੀਦਾ। ਅਗਰ ਇਹ ਸਾਰੀਆਂ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਆਪਣਾ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਜਿਹੜਾ ਹੈ ਉਹ ਜ਼ਰੂਰ ਲਾਗੂ ਹੋਏਗਾ। ਅੱਜ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਇਹ ਆਪਣਾ ਘਟਦੇ सीमांत तुष्टिगुण दा नियम है। घटदे सीमांत तुष्टिगुण दा नियम ਆਪਾਂ ਕਰਨ ਜਾ ਰਹੇ ਹਾਂ ਉਹਦਾ ਮਹੱਤਵ। ठीक है, घटदे सीमांत तुष्टिगुण दे नियम दा महत्व। मतलब ਅੱਜ ਆਪਾਂ ਇਹ ਦੇਖਾਂਗੇ ਵੀ ਜੋ ਵੀ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਉਹਦਾ ਇੱਕ ਉਪਭੋਗਤਾ ਵਾਸਤੇ, ਇੱਕ ਉਤਪਾਦਕ ਵਾਸਤੇ, ਸਰਕਾਰ ਵਾਸਤੇ, ਦੇਸ਼ ਵਾਸਤੇ ਜਿਹੜਾ ਹੈ ਉਹ ਕੀ ਮਹੱਤਵ ਹੈ। ਅੱਜ ਆਪਾਂ ਉਹ ਮਹੱਤਵ ਜਿਹੜਾ ਹੈ ਉਹ ਦੇਖਣ ਜਾ ਰਹੇ ਹਾਂ। ਤਾਂ ਜਦੋਂ ਆਪਾਂ ਮਹੱਤਵ ਦੇਖਦੇ ਹਾਂ ਤਾਂ ਉਹਦੇ ਚ ਕੀ ਹੁੰਦਾ ਹੈ ਵੀ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਹੈ ਕਿ ਜੋ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਉਹ ਆਪਣੇ ਆਮ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਹੈ ਉਹ ਆਪਣੇ ਕੰਮ ਆਉਂਦਾ ਹੈ, ਕਿੱਥੇ ਕਿੱਥੇ ਆਪਾਂ ਨੂੰ ਫਾਇਦਾ ਜਿਹੜਾ ਹੈ ਉਹ ਪਹੁੰਚਾਉਂਦਾ ਹੈ। ਉਹੀ ਗੱਲ ਜਿਹੜੀ ਹੈ ਉਹ ਆਪਾਂ ਘਟਦੇ ਸੀਮਾਂਤ ਤੁਸ਼ਟੀਗੁਣ ਦੇ ਨਿਯਮ ਦੇ ਵਿੱਚ ਜਿਹੜਾ ਹੈ ਉਹ ਕਰਾਂਗੇ। ਠੀਕ ਹੈ। ਤਾਂ ਜਿਹੜੇ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਇਹਦਾ ਪਹਿਲਾ ਮਹੱਤਵ ਜਿਹੜਾ ਹੈ ਕਿ ਇਹ ਨਿਯਮ ਜਿਹੜਾ ਹੈ ਉਹ ਕੀ ਹੈ, ਉਹ ਉਪਭੋਗ ਦੇ ਵੱਖ-ਵੱਖ ਨਿਯਮਾਂ ਦਾ ਆਧਾਰ ਹੈ। ਠੀਕ ਹੈ। ਵੀ ਦੇਖੋ ਇਹ ਹੁਣ ਕੀ ਕਹਿ ਰਹੇ ਆ, ਆਪਾਂ ਕਹਿ ਰਹੇ ਆ ਵੀ ਜਿਹੜਾ ਇਹ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਇਹ ਕੀ ਹੈ, ਇਹ ਉਪਭੋਗ ਦੇ ਵੱਖ-ਵੱਖ ਨਿਯਮਾਂ ਦਾ ਆਧਾਰ ਹੈ। ਯਾਨੀ ਹੁਣ ਇਸ ਲਾਈਨ ਨੂੰ ਜਿਹੜਾ ਹੈ ਉਹ ਥੋੜਾ ਸਮਝਣ ਦੀ ਲੋੜ ਹੈ ਵੀ ਜਦੋਂ ਆਪਾਂ ਕਹਿੰਦੇ ਆ ਕਿ ਉਪਭੋਗ ਦੇ ਵੱਖ-ਵੱਖ ਨਿਯਮ, ਇਹਦਾ ਮਤਲਬ ਕਿ ਆਪਾਂ ਕਿਸੇ ਵੀ ਚੀਜ਼ ਦਾ ਉਪਭੋਗ ਕਰਨਾ ਹੈ, ਆਪਾਂ ਕਿਸੇ ਵੀ ਚੀਜ਼ ਨੂੰ ਵਰਤਣਾ ਹੈ। ਠੀਕ ਹੈ। ਤਾਂ ਹੁਣ ਉਹਦਾ ਕੋਈ ਇੱਕ ਨਿਯਮ ਨਹੀਂ ਹੈਗਾ, ਉਹਦੇ ਕੀ ਨੇ ਵੱਖ-ਵੱਖ ਨਿਯਮ ਨੇ, ਜਿੰਨੇ ਵੀ ਨਿਯਮ ਨੇ। ਠੀਕ ਹੈ। ਉਹ ਕਿਹੜੇ ਕਿਹੜੇ ਨਿਯਮ ਨੇ ਆਪਾਂ ਹੁਣੇ ਗੱਲ ਕਰਨ ਜਾ ਰਹੇ ਹਾਂ, ਪਰ ਮੈਂ ਇਹ ਕਹਿ ਰਿਹਾ ਵੀ ਜਿੰਨੇ ਵੀ ਨਿਯਮ ਆਪਾਂ ਕਰਾਂਗੇ ਉਹ ਸਾਰੇ ਦੇ ਸਾਰੇ ਨਿਯਮਾਂ ਦਾ ਜਿਹੜਾ ਆਧਾਰ ਹੈ, ਜਿਹੜਾ ਬੇਸ ਹੈ ਉਹ ਕਿਹੜਾ ਹੈ, ਉਹ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ। मतलब अगर मान लो मैं इत्थे लिख देवा कि उपभोग दे 3 नियम ने 1 2 3, तो तीनों नियमां दा जिहड़ा आधार रहेगा वो कौन रहेगा, वो घटदे सीमांत तुष्टिगुण दा नियम जिहड़ा है वो रहेगा। ठीक हो गया। तो हुण जिहड़े उपभोग दे ਇਹ ਵੱਖ-ਵੱਖ ਨਿਯਮ ਜਿਹੜੇ ਨੇ ਇਹ
ਦੀ ਗੱਲ ਕਰਦੇ ਹਾਂ ਤਾਂ ਉਪਭੋਗ ਦੇ ਆਮ ਤੌਰ ਤੇ ਤਿੰਨ ਮੇਨ ਨਿਯਮ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਤੁਹਾਨੂੰ ਤਿੰਨ ਮੇਨ ਨਿਯਮ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ? ਜਿਹੜਾ ਪਹਿਲਾ ਨਿਯਮ ਹੈ ਉਹਨੂੰ ਆਪਾਂ ਕਹਿੰਦੇ ਆ ਸਮ ਸੀਮਾਂਤ ਤੁਸ਼ਟੀਗੁਣ ਦਾ ਨਿਯਮ। ਠੀਕ ਹੈ, ਇਹ ਆਪਣਾ ਪਹਿਲਾ ਨਿਯਮ ਹੈ ਜਿਹੜਾ ਕਿ ਆਪਣੇ ਉਪਭੋਗ ਦਾ ਨਿਯਮ ਹੈ। ਠੀਕ ਹੈ, मतलब ये पहला नियम है जिनके मुताबिक आप उपभोग कर सकते हैं। जिवें ਆਪਾਂ ਕਹਿੰਦੇ ਆ ਵੀ ਜਿਹੜਾ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ। ਠੀਕ ਹੈ, ਇਹ ਕਦੋਂ ਲੱਗਦਾ ਹੈ? ਜਦੋਂ ਇੱਕ ਉਪਭੋਗਤਾ ਜਿਹੜਾ ਹੈ ਉਹ ਇੱਕ ਵਸਤੂ ਦਾ ਉਪਭੋਗ ਕਰ ਰਿਹਾ ਹੁੰਦਾ ਤਾਂ ਆਪਾਂ ਇਹ ਵਾਲਾ ਨਿਯਮ ਲਾਉਂਦੇ ਆ। ਤਾਂ ਕਈ ਵਾਰੀ ਇਹ ਵੀ ਹੋ ਸਕਦਾ ਹੈ ਵੀ ਇੱਕ ਉਪਭੋਗਤਾ ਜਿਹੜਾ ਹੈ ਉਹ ਇੱਕ ਵਸਤੂ ਦਾ ਉਪਭੋਗ ਨਾ ਕਰੇ ਬਲਕਿ ਉਹ ਇੱਕ ਤੋਂ ਜ਼ਿਆਦਾ ਵਸਤੂਆਂ ਦਾ ਉਪਭੋਗ ਕਰੇ। ਉਹ ਦੋ ਵਸਤੂਆਂ ਦਾ ਉਪਭੋਗ ਵੀ ਕਰ ਸਕਦਾ ਹੈ, ਉਹ ਤਿੰਨ ਦਾ ਵੀ ਕਰ ਸਕਦਾ ਹੈ, ਚਾਰ ਦਾ ਵੀ ਕਰ ਸਕਦਾ ਹੈ, ਕੁਝ ਮਰਜ਼ੀ ਹੋ ਸਕਦਾ ਹੈ। ਆਪਾਂ ਅਗਰ ਆਪਣੀ ਐਗਜ਼ਾਮਪਲ ਹੀ ਲੈ ਲਈਏ ਤਾਂ ਕੀ ਆਪਾਂ ਹਰ ਵਾਰੀ ਇੱਕ ਹੀ ਵਸਤੂ ਦਾ ਉਪਭੋਗ ਕਰਦੇ ਆ ਨਾ ਆਪਾਂ ਕਈ ਵਸਤੂਆਂ ਦਾ ਉਪਭੋਗ ਕਰਦੇ ਆ। ਤਾਂ ਜਦੋਂ ਆਪਾਂ ਇੱਕ ਤੋਂ ਜ਼ਿਆਦਾ ਵਸਤੂਆਂ ਦਾ ਉਪਭੋਗ ਕਰਾਂਗੇ ਉਦੋਂ ਜਿਹੜਾ ਨਿਯਮ ਲਾਗੂ ਹੋਏਗਾ ਉਹਨੂੰ ਆਪਾਂ ਕਹਾਂਗੇ ਸਮ ਸੀਮਾਂਤ ਤੁਸ਼ਟੀਗੁਣ ਦਾ ਨਿਯਮ। ਠੀਕ ਹੈ, ਹੁਣ ਇਹਨੂੰ ਆਪਾਂ ਸਮ ਸੀਮਾਂਤ ਤੁਸ਼ਟੀਗੁਣ ਦਾ ਨਿਯਮ क्यों कहने आ? ਇਹਦਾ ਇਹ ਨਾਮ ਕਿਉਂ ਹੈ ਆਪਾਂ ਨੂੰ ਐਵੇਂ ਸਮਝ ਨਹੀਂ ਆਏਗੀ। ਆਪਾਂ ਨੂੰ ਇੱਕ ਐਗਜ਼ਾਮਪਲ ਨਾਲ ਜਿਹੜਾ ਹੈ ਉਹ ਕਲੀਅਰ ਕਰਾਂਗੇ। ਸਪੋਜ਼ ਕਰੋ ਵੀ ਆਪਾਂ ਨਾ ਇੱਥੇ ਇੱਕ ਟੇਬਲ ਬਣਾਉਂਦੇ ਆ। ਇੱਥੇ ਆਪਣੇ ਕੋਲ ਕੀ ਨੇ? ਇਕਾਈਆਂ ਨੇ ਜਿਨ੍ਹਾਂ ਦਾ ਉਪਭੋਗ ਕਰਨਾ ਹੈ। ਇਕਾਈ 1 ਹੈ, 2 ਹੈ, 3 ਹੈ, 4 ਹੈ, 5 ਹੈ। ਠੀਕ ਹੈ, ਮੰਨ ਲਓ ਆਪਾਂ 5 ਇਕਾਈਆਂ ਦਾ ਉਪਭੋਗ ਜਿਹੜਾ ਹੈ ਉਹ ਕਰਨਾ ਚਾਹੁੰਦੇ ਆ। ਠੀਕ ਹੈ, ਤਾਂ ਆਪਣੇ ਕੋਲ ਕੀ ਨੇ? ਦੋ ਵਸਤੂਆਂ ਨੇ। एक है अपने कोल वस्तु x। आ जिहड़ा आपां कॉलम बनान लगे हां ये आपां नूं है कि x वस्तु दा सीमांत तुष्टिगुण जिहड़ा है वो कितना है। ठीक है, इधर अपने कोल मान लो एक वस्तु होर हैगी है जिन्हों आपां नाम दे दिंदे आ y। ये जिहड़ा है ये y वस्तु दा सीमांत तुष्टिगुण जिहड़ा है वो हैगा। ठीक है, ਹੁਣ ਆਪਾਂ ਕੱਲ ਗੱਲ ਕੀਤੀ ਸੀ ਵੀ ਭਾਵੇਂ ਆਪਾਂ x ਵਸਤੂ ਦੀ ਗੱਲ ਕਰੀਏ ਭਾਵੇਂ ਆਪਾਂ y ਵਸਤੂ ਦੀ ਗੱਲ ਕਰੀਏ ਜਿਹੜਾ ਆਪਣੇ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਹੈ ਉਹ ਕੀ ਹੈ? ਉਹ ਇੱਕ ਆਧਾਰਭੂਤ ਨਿਯਮ ਹੈ ਜਿਹੜਾ ਹਰੇਕ ਵਸਤੂ ਤੇ ਜਿਹੜਾ ਹੈ ਉਹ ਲਾਗੂ ਹੋਏਗਾ। ਕਹਿਣ ਦਾ ਮਤਲਬ ਕੀ ਹੈ ਵੀ ਭਾਵੇਂ ਤੁਸੀਂ ਵਸਤੂ x ਦਾ ਉਪਭੋਗ ਕਰੋ ਭਾਵੇਂ ਤੁਸੀਂ ਵਸਤੂ y ਦਾ ਉਪਭੋਗ ਕਰੋ, ਜਿਹੜੀ ਮਰਜ਼ੀ ਵਸਤੂ ਦਾ ਉਪਭੋਗ ਕਰ ਲਓ, ਹਰੇਕ ਵਸਤੂ ਦੇ ਉਪਭੋਗ ਤੇ ਕੀ ਹੋਏਗਾ? ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਜਿਹੜਾ ਹੈ ਉਹ ਲੱਗੇਗਾ। ਕਹਿਣ ਦਾ ਮਤਲਬ ਕੀ ਹੈ ਵੀ ਹੁਣ ਇੰਦੀਆਂ ਜਿਵੇਂ ਜਿਵੇਂ ਤੁਸੀਂ ਹੋਰ ਇਕਾਈਆਂ ਦਾ ਉਪਭੋਗ ਕਰੋਗੇ ਹਰੇਕ ਅਗਲੀ ਇਕਾਈ ਤੋਂ ਮਿਲਣ ਵਾਲਾ ਜਿਹੜਾ ਸੀਮਾਂਤ ਤੁਸ਼ਟੀਗੁਣ ਹੈ ਉਹ ਕੀ ਹੋਏਗਾ? ਘਟੇਗਾ। ਉਵੇਂ ਹੀ ਜਿਵੇਂ ਜਿਵੇਂ ਤੁਸੀਂ y ਵਸਤੂ ਦੀਆਂ ਹੋਰ ਇਕਾਈਆਂ ਦਾ ਉਪਭੋਗ ਕਰੋਗੇ ਇੰਦੀ ਵੀ ਹਰੇਕ ਅਗਲੀ ਇਕਾਈ ਤੋਂ ਮਿਲਣ ਵਾਲਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਘਟੇਗਾ। ਠੀਕ ਹੋ ਗਿਆ। ਜਦੋਂ ਆਪਾਂ ਕੀ ਕਰਦੇ ਆ ਆਪਾਂ ਸਪੋਜ਼ ਕਰੋ ਆਪਾਂ ਇਹ ਮੰਨ ਲੈਂਦੇ ਆ ਕਿ x ਵਸਤੂ ਹੈ ਹੀ ਨਹੀਂ। ਠੀਕ ਹੈ, ਜਾਂ ਮੰਨ ਲਓ ਤੁਸੀਂ y ਵਸਤੂ ਹੈ ਹੀ ਨਹੀਂ, ਆਪਾਂ ਸਿਰਫ x ਵਸਤੂ ਹੈ। ਤੁਸੀਂ ਕੀ ਕਰਨਾ ਹੈ? x ਵਸਤੂ ਦੇ ਕੇਸ ਦੇ ਵਿੱਚ ਇਹਦਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਬਣਾਉਣਾ ਹੈ। ਠੀਕ ਹੈ, ਹੁਣ ਤੁਸੀਂ ਸਪੋਜ਼ ਕਰੋ ਕਿ y ਵਸਤੂ ਨਹੀਂ ਹੈਗੀ। ਹੁਣ ਕੀ ਹੋਏਗਾ? ਅਗਰ ਮੈਂ x ਵਸਤੂ ਦੇ ਕੇਸ ਦੇ ਵਿੱਚ ਸੀਮਾਂਤ ਤੁਸ਼ਟੀਗੁਣ ਬਣਾਵਾਂਗਾ ਤਾਂ ਕੀ ਕਰਨਾ ਪਏਗਾ? ਹਰੇਕ ਅਗਲੀ ਇਕਾਈ ਦਾ ਸੀਮਾਂਤ ਤੁਸ਼ਟੀਗੁਣ ਜਿਹੜਾ ਹੈ ਉਹ ਪਿਛਲੇ ਵਾਲੋਂ ਨੂੰ ਕੀ ਕਰਨਾ ਪਏਗਾ? ਘਟ ਕਰਨਾ ਪਏਗਾ। ਤਾਂ ਹੀ ਤਾਂ ਆਪਾਂ ਘਟਦੇ ਸੀਮਾਂਤ ਤੁਸ਼ਟੀਗੁਣ ਦਾ ਨਿਯਮ ਜਿਹੜਾ ਹੈ ਉਹ ਕਹਿ ਸਕਦੇ ਹਾਂ। ਸਪੋਜ਼ अगर मैं कहना कि मैं पहली वस्तु जिहड़ी है उनका उपभोग करदा हां किहड़ी x तां उहदे तो मैनू 12 यूटल तुष्टिगुण जिहड़ा है वो मिलदा है। ठीक हो गया। जदों मैं x वस्तु की दूजी इकाई का उपभोग किया तो हुण सीमांत तुष्टिगुण की मिलेगा? घट मिलेगा। आप ऑलरेडी गल कर चुके हैं। अगली इकाई तो मान लो मैनू सीमांत तुष्टिगुण मिलिया 10। ठीक है, हुण मैं तीजी इकाई का उपभोग करना है। हुण सीमांत तुष्टिगुण की होएगा? होर घट मिलेगा। मान लो अगली तो मिलिया 8, चौथी इकाई खादी सीमांत तुष्टिगुण होर घट मिलेगा। सपोज करो 6, पंजवीं इकाई का उपभोग किया सीमांत तुष्टिगुण होर घट मिलेगा, मान लो 4। ठीक है, तो एक ही बन गया ये x वस्तु दा घटदा सीमांत तुष्टिगुण जिहड़ा है वो बन गया। एवी जिहड़ी y वस्तु है आपां उहदा जिहड़ा है वो घटदा सीमांत तुष्टिगुण जिहड़ा है वो बनाना है। मान लो कि मैं y दी पहली इकाई दा उपभोग किया तो मान लो मैनू 10 यूटल तुष्टिगुण जिहड़ा है वो मिलिया। जदों मैं y दी दूजी इकाई दा उपभोग किया तो मैनू 8 यूटल जिहड़ा है वो सीमांत तुष्टिगुण मिलिया। अगली इकाई तो होर घट मिलना है। सपोज करो कि 6, अगली इकाई तो होर घट मिलना है मतलब 4,
अगली इकाई तो होर घट मिलना है, मान लो 2। ठीक है, तो ये बन गया y वस्तु दा घटदा होया सीमांत तुष्टिगुण। ठीक हो गया। हुण की है, एक उपभोक्ता जिहड़ा है वो की करदा है, वो x ते y इन्हां दा उपभोग करना चाहता है। ठीक है, दोनों की कीमत जिहड़ी है वो बराबर है। मान लो दोनों 1 रुपए दी ने, मतलब भावें x खरीदे वो भी 1 रुपए दी है, y खरीदे तां भी 1 रुपए दी है, दोनों बराबर है। हुण सोचो, अगर मान लो उनके को टोटल 5 रुपये ने, मतलब वध तो वध 5 चीज़ां जिहड़ियां ने वो खरीद सकता है। अगर मान लो वो अपने सारे दे सारे पैसे जिहड़े ने वो x वस्तु ते ला देवे, तो की कहेगा, वो कहेगा कि अगर मैं सारे पैसे x वस्तु ते लाना तो x वस्तु दी पहली इकाई तो मैनू 12 यूटिल तुष्टिगुण मिलिया, अगली तो 10 मिलिया, अगली तो 8 मिलिया, अगली तो 6 मिलिया, अगली तो 4 मिलिया। तो अगर मैं जोड़ ला देवां तो कितना बनया, 12 ते 10 22 ते 8 30 ते 6 36 ते 4 40, मैनू 40 यूटिल तुष्टिगुण मिलता है। अगर मैं सारी दे सारियां y खरीद लवां तो की होएगा, 10 18 24 28 ते 30 यूटिल मैनू तुष्टिगुण मिलता है। ਇਹਦਾ मतलब वो कहता है कि मैनू सारे दे सारे पैसे जिहड़े ने वो y ते लाण दा तां कोई फायदा नहीं, उहदे नाल चंगा है कि मैं सारे दे सारे पैसे जिहड़े ने वो की कर देवां, x ते ला देवां, उहदे नाल मैनू 40 यूटिल तुष्टिगुण मिलता है, y ते लावांगा तां 30 मिलता है। ठीक है ना, तो हुण की करेगा, हुण एक तां जिहड़ा सारे दे सारे y ते लाण दा हिसाब किताब है वो कैंसल। एक तरीका की हैगा भी वो दोनों ते वंड वंड के पैसे लावे, वंड वंड के किवें लाएगा। सोचो अगर उन्हें पहला रुपया लगाना है तो x पहली खरीदेगा कि y खरीदेगा। सोचो अगर x के ऊपर 1 रुपया लांदा है तो संतुष्टि कितनी मिलती है, 12 यूटिल, y ते लांदा है तो कितनी मिलती है, 10 यूटिल। तो किथे लाएगा, वो लाएगा x ते, तो यानी पहली चीज जिहड़ी है वो केड़ी खरीदेगा, x। ठीक है, हुण एक x खरीद ली, हुण एक x खरीदी तो कितना संतुष्टि मिलेगी, 12 यूटिल, तो आप 12 लिख लिया। हुण अगर वो दूजा रुपया लावे तो दूजा अगर x ते लांदा है तां भी 10 है, y ते लांदा है तां भी 10 है, तो की करेगा, एक इधर ला देगा, दूजा इधर ला देगा, तीजा इधर ला देगा, बराबर हो जाएगा। तो हुण दूजा किथे लाया, x ते, तीजा किथे लाया, y ते, हो गया। हुण 3 रुपए लग चुके ने, 3 रुपए नाल 3 चीज़ां खरीद लिया। हुण की होगा, हुण वो चौथा रुपया अगर x ते लांदा है तो 8 मिलती है, चौथा y ते लांदा है तां भी 8 मिलती है, तो की करेगा, एक चौथा इधर ला देगा ते पंजवां इधर ला देगा, तां चौथे तो कितनी मिली 8, इधरों कितनी मिली 8, जोड़ लगाया कितना आया 48। तां हुण की होएगा, उनका सीमांत तुष्टिगुण जिहड़ा है पहले तो 12 फिर 10 फिर 10 फिर 8 फिर 8 जोड़िया तो कुल तुष्टिगुण कितना हो गया 48। यानी अगर वो दोनों च वंड वंड के पैसे लांदा है तो की होएगा, उनका कुल तुष्टिगुण जिहड़ा है ये वध तो वध हो सकता है। ठीक है, तो हुण उन्हें की कीता, वो कहंदा है कि मैं x दियां 3 इकाइयां खरीदांगा, 1 2 3। अगर वो कहंदा मैं y ते आ जावां तो y दियां मैं 2 खरीदूंगा, 1 ते 2। ठीक है, यानी वो x दियां कितनी इकाइयां खरीद रहा है, 3, y दे कितनी खरीद रहा है, 2। किस तरह खरीद रहा है भी, जेडी x दी आखिरी खरीदी, x दी आखिरी केड़ी खरीदी, तीजी। ठीक है, y दी आखिरी केड़ी खरीदी, दूजी। ਤਾਂ ਇਹਦੀ ਤੀਜੀ ਆਖਰੀ ਹੈ, ਇਹਦੀ ਦੂਜੀ ਆਖਰੀ ਹੈ, ਦੋਨਾਂ ਤੋਂ ਉਹਨੂੰ ਕੀ ਮਿਲ ਰਿਹਾ ਹੈ, 8 8 सीमांत तुष्टिगुण मिल रहा है। यानी कि सीमांत तुष्टिगुण की है, बराबर है। ਤਾਂ ਆਪਾਂ ਕਹਿੰਦੇ ਆ सम सीमांत, सम मतलब बराबर, सम मतलब बराबर, बराबर सीमांत तुष्टिगुण मतलब वो की करेगा, जदों एक तो ज्यादा चीज़ां दा उपभोग करेगा वो इस तरह करेगा ताकि जिन्नियां भी चीज़ां दा उपभोग करे उनकी आखिरी इकाई तो मिलन वाला सीमांत तुष्टिगुण जिहड़ा है वो की होवे, बराबर होवे। तां ये नियम भी किंदे ते निर्भर करदा है, घटदे सीमांत तुष्टिगुण दे नियम ते निर्भर करदा है। क्यों निर्भर करदा है, पहला की कीता, x वस्तु वास्ते घटदा सीमांत तुष्टिगुण बना लिया, फिर y वस्तु वास्ते घटदा सीमांत तुष्टिगुण बना लिया, फिर की कीता, दोनों ਨੂੰ बराबर करा लिया। ये आपां बहुत डिटेल दे विच करन लगे आ, एना जस्ट मैं आपां ਨੂੰ ਹੁਣ ਫਿਲਹਾਲ मैं आइडिया दे रहा। अपने अगले लेक्चर दे विच आपां ਨੂੰ पूरी डिटेल दे विच करांगे कि सम सीमांत तुष्टिगुण दा नियम जिहड़ा है वो किहड़ा है। ठीक हो गया, तो एक जगह अपना घटदे सीमांत तुष्टिगुण दा नियम है वो किंदा आधार है, सम सीमांत तुष्टिगुण दे नियम दा आधार जिहड़ा है वो हो जाया करदा है। दूसरा है उन्होंने आप कहने मंग दा नियम।
ठीक है। हुण मंग दा नियम जिहड़ा है वो की कहंदा है? मंग दा नियम कहंदा है भी जदों किसी भी चीज दी कीमत घट जाएगी, ठीक है, जदों मैं आ तीर थले वाले लावांगा तो की होएगा? कीमत घटेगी। जदों तीर ऊपर वाल लावांगा तो चीज वधेगी। तो कहंदा कीमत घटदी है तो की हुंदा है? उस वस्तु की मंग जिहड़ी है वो की हो जाता है? वध जाती है। हुण देखो तीर ऊपर वाले पासे है ना, तो की होया? मंग वध गई। हुण इस मंग दे नियम दा आधार जिहड़ा वो भी कौन है? वो घटदे सीमांत तुष्टिगुण दा नियम जिहड़ा है वही हैगा। क्यों हैगा? सोचो भी आपां किसी भी चीज दी कितनी कीमत देने आ, ठीक है, सोच के देखो, अगर आपां किसी भी चीज दी कितनी कीमत देने आ, सिंपल जी गल है, आपां नूं जिन्नी उस तो संतुष्टि या जिन्ना उस तो तुष्टिगुण जिहड़ा है वो मिल रहा होवे। अगर आपां नूं किसी चीज तो बहुत ज्यादा तुष्टिगुण मिलता है तो आपां उहदे बदले ज्यादा पैसे भी देने नूं तैयार हो जाने आ। जे आपां नूं किसी चीज तो कोई तुष्टिगुण नहीं मिलता पिया, आपां उहनूं बदले पैसे ही नहीं देंगे। जे आपां नूं तुष्टिगुण घट मिलता पिया, आपां की करांगे? घट पैसे देने नूं तैयार होवांगे। जिवें अगर सपोज करो भी तुसी बाजार गए, ठीक है, फ्रूट लैने वास्ते, तुसी फ्रूट दे दुकान ते जाके देखा भी उत्थे ना एप्पल यानी कि सेब पए ने, सेब बड़े वधिया ने, तुहाडा की दिल करेगा कि सेब बड़े वधिया ने, आपां तां लैणे ही लैणे ने, एडे वधिया सेब कौन छड्डदा है? तां तुसी की होएगा? सेब दे बदले ज्यादा पैसे भी देने नूं तैयार हो जाओगे, ठीक है। तां की होएगा? तुहानूं संतुष्टि उस तो ज्यादा मिल रही सी तो उनदे बदले पैसे भी की होया? तुसी ज्यादा ही देने नूं जिहड़ा है वो तैयार हो गए। मान लो आपां किसी कपड़े दी दुकान ते जाने आ, उत्थे आपां नूं कोई शर्ट बड़ी वधिया लगदी है, आपां कहने आ तां लैके ही जानी है, भावें जिन्ने मर्जी पैसे देने पैण, तो की हुंदा है? संतुष्टि ज्यादा मिलेगी तो कीमत आपां ज्यादा देने नूं तैयार हो जाएंगे, ठीक है। हुण वो कहंदा है भी जे कीमत घटेगी तां ही मंग वधेगी, एवें नहीं वधेगी। क्यों? आपां नूं पता है भी जिवें जिवें आपां किसी भी चीज दियां होर इकाइयां दा उपभोग करदे आ, मान लो मैं पहली इकाई का उपभोग किया तो संतुष्टि ज्यादा मिलेगी, दूजी इकाई के उपभोग तो की होएगा? संतुष्टि घट मिलेगी, तीजी इकाई के उपभोग तो संतुष्टि होर घट मिलेगी। जेकर मैनू हरेक अगली इकाई का उपभोग करन ते संतुष्टि घट मिलती पई है तो मैं कीमत भी घट ही देवांगा, मैं बराबर कीमत नहीं देवांगा। जिवें अगर सपोज करो कि आपां फ्रूट लैन चले गए, ठीक है, आप फ्रूट वाले नु क्या भी आपां ना 1 किलो जिहड़ा है अंब दे दे, उन्हें आपां नु 1 किलो अंब देते, मैं पूछा किन्ने रुपए किलो, वो कहंदे जी 100 रुपए किलो, ते मैं 1 किलो खरीद लिया। वो कहंदे सर जी 1 किलो अंब होर लै जाओ, मैं कहूंगा कि मेरे घरे तो रोज दे 1 किलो अंब ही लगते ने, मैं 2 किलो की करांगा, ठीक है ना। मैं कहूंगा मेरे घरे लोड़ ही 1 किलो अंब दी है, मैं 2 किलो की करा। वो कहता सर जी लै जाओ जी। मैं कहूंगा अच्छा रेट की लाएगा, वो कहता रेट तो 100 रुपए ही लाऊंगा। मैं कहते तू 100 रुपए रेट लाना है, फिर मैनू 1 किलो अंब होर ले जाने का फायदा, मैं तो नहीं लेके जाता, ठीक है। क्यों? हुण सोचो भी जिहड़ा पहला 1 किलो अंब खरीदे उनके बदले मैं 100 रुपए देते, पर दूजे 1 किलो के बदले मैं 100 रुपए नहीं दियांगा। क्यों नहीं दियांगा? क्योंकि दूजे 1 किलो के बदले आपां नूं संतुष्टि जिहड़ी है वो मिलेगी? घट मिलेगी। तो मैं की कहूंगा? मैं कहूंगा तू 80 रुपए किलो लावे ना, फिर तो मैं ले लांगा। यानी हुण सोचो भी की होया भी जदों तां कीमत हैगी सी 100 रुपए, तो मैं मंग कितनी कीती? 1। दुकानदार चाहता है कि मैं 2 किलो मंग करा, तो 2 किलो मंग कदों करांगा, मतलब मंग कदों वधावांगा? जदों मैनू 100 रुपए तो घट के 80 रुपए कीमत लगेगी, मैं उदों ही उनकी मंग ज्यादा करांगा, नहीं तो नहीं करांगा। हुण कीमत क्यों घट देंगा? क्योंकि हरेक अगली इकाई तो जो मैनू तुष्टिगुण मिलेगा, जो मैनू संतुष्टि मिलेगी वो घट मिलेगी। घटदे सीमांत तुष्टिगुण का नियम लागू होएगा, उहदे नाल की होएगा? मैं कीमत भी घट ही देने नूं जिहड़ा है वो तैयार होवांगा। तां जिहड़ा मंग दा नियम है उनका आधार भी जिहड़ा है वो कौन है? वो घटदे सीमांत तुष्टिगुण दा नियम है। नंबर 3 जिहड़ा अपना उपभोग दा नियम आंदा है ਉਹਨੂੰ ਆਪਾਂ ਕਹਿੰਦੇ ਹਾਂ उपभोक्ता ਦੀ बचत ਦਾ सिद्धांत, ठीक है, उपभोक्ता दी बचत दा सिद्धांत। हुण उपभोक्ता दी बचत एक ही चीज हुंदी है। सोच के देखो आप कई बारी की करते, देखो जिन्नी भी आप चीज़ां कर रहे हैं ना, ये हमेशा अपने नाल अपनी आम जिंदगी दे विच चीज़ां हुंदियां रहिंदियां ने। तां मैं कहना आदे आप ते लाया करो हर एक चीज। वो की कहंदा है, कहंदा आप मान लो कि मान लो मैं बाजार च गया तो मैं कहना कि मैं जाके ना एक शर्ट लैनी, तो मैं की कीता, एक शोरूम ते गया,
ठीक है, शर्ट लैन वास्ते ये सोच के गया कि मैं ना मोंटी कार्लो की शर्ट लैनी है। मोंटी कार्लो की शर्ट अगर मैंने 1500 की मिली ना तो आप ले लांगे। ਇਹਦਾ मतलब की होया कि मैं उस शर्ट के बदले 1500 रुपए देन नूं तैयार हाँ। क्यों तैयार हाँ? क्योंकि जेकर मैनू उस तो उनके बराबर संतुष्टि मिलती होएगी ना, मैं ता 1500 देन नूं तैयार हैगा। जे मैनू लगदा होवे कि नहीं यार मोंटी कार्लो दी शर्टां तां बेकार ने, इहदे बदले कौन 1500 देगा, तो मैं क्यों तैयार हुंदा 1500 देन वास्ते। पर मैं क्या कि मैं 1500 रुपए देन नूं तैयार हाँ। इहदा मतलब मैनू 1500 दे बराबर संतुष्टि मिलती पई है, मैं ता ही 1500 देन नूं तैयार हाँ। जिवें आपां आम तौर ते कहंदे आ ना भी अगर आपां महंगी चीज लैने आ तां की हुंदा वो चलदी भी ज्यादा है, तुहानू हक दे के जाएगी 1500 दा। तो हक दे के जाएगी मतलब आपां नू उन्नी संतुष्टि दे के जाएगी। तो मैनू लग्या कि मोंटी कार्लो दी शर्ट है वो मैनू 1500 रुपए दे बराबर संतुष्टि दे सकती है, तो मैं उनके बदले 1500 रुपए देने नू की हो गया तैयार हो गया। ठीक है, तो मैं बाजार गया मोंटी कार्लो के शोरूम ते, अगे गया, अगे बोर्ड लग्या पिया सी कि लो जी 40% ऑफ, यानी 40% मतलब 1500 का 40%, यानी कितना हो गया 600 रुपए। 600 रुपए की छूट यानी किन्ने दी मिलेगी 900 रुपए की। हुन मैं तो 1500 रुपए देन तैयार बैठा सी, हुन ओही शर्ट मैनू किन्ने दी मिली 900 रुपए दी। मैं की कहांगा अज तक 600 का फायदा हो गया। वो फायदा जिहड़ा वो की है उपभोक्ता दी बचत है। तो उनका आधार भी की है घटदे सीमांत तुष्टिगुण दा नियम ही है। क्यों क्यों आधार है उस चीज का भी? देखो पहली शर्ट खरीदी उनके बदले मैं 1500 रुपए देने नूं तैयार सी। ठीक है, तो हुन देखो भी कीमत जिहड़ी है वो मैं किन्नी तैयार सी, कीमत तैयार तैयार किन्ना सी 1500 रुपए। ठीक है, जेड़ी कीमत मैं दिती असल विच मैं किन्नी कीमत दिती 900 रुपए। तो मैनू बचत किन्नी हुई, मैनू बचत हुई 600 रुपए की। ठीक है, हुन मैं कहना चल आप पहली शर्ट खरीदी है, मैं एक शर्ट और खरीद लेना। हुन जब मैं एक शर्ट और खरीदांगा तो हुन की होएगा अगली शर्ट तो मैनू ओनी संतुष्टि जड़ी है वो नहीं मिलेगी जेड़ी की पहली शर्ट तो मिली सी। यानी की होएगा अगली शर्ट के बदले मैं 1500 देने नूं तैयार नहीं होवांगा। मैं कहूंगा अगली शर्ट के बदले तो मैं 1200 देना। ठीक है, पर वो शर्ट हैगी किन्ने दी है, वो तो जो 40% ऑफ चल रहा है वही चल रहा है। शर्ट किन्ने दी 900 दी, मैं देन नूं किन्ने रुपए तैयार सी 1200, देने किन्ने पे 900, फायदा किन्ने दा होया 300 रुपए दा। तो हुन की होया उपभोक्ता दी बचत जड़ी है जड़ी पहला 600 रुपए सी वो घट के किन्नी होगी 300। यही अपना उपभोक्ता दी बचत दा सिद्धांत कहंदा है। वो कहंदा है भी आपां नूं किन्नी बचत होएगी वो इस गल ते निर्भर करदा है भी आपां किन्ने कीमत देन नूं तैयार आ। असल च आपां नूं देनी किन्नी पैंदी है, दोनों दा अंतर जिहड़ा है वो की है उपभोक्ता दी बचत है। हुन की होएगा मंग दे नियम दे मुताबिक हरेक अगली शर्ट खरीदन वास्ते मैं पहला नूं घट पैसे देन नूं तैयार होवांगा। हर बारी की होएगा उपभोक्ता दी बचत जड़ी है वो की होएगा घटेगी। हर बारी जिहड़ा मुनाफा होने वाला है वो की होएगा घटेगा। ठीक है, तो ये उपभोग दे जिहड़े ने वो तीन नियम ने। एक है अपने कोल सम सीमांत तुष्टिगुण दा नियम, एक है अपने कोल मंग दा नियम, एक है अपने कोल उपभोक्ता दी बचत दा नियम या बचत दा सिद्धांत। इन्हां तिन्ना नियमां दा जिहड़ा आधार है वो केड़ा है, वो है अपना घटदे सीमांत तुष्टिगुण दा नियम। ठीक हो गया, गल क्लियर। दूसरा जिहड़ा महत्व है घटदे सीमांत तुष्टिगुण दा वो इस गल करके है क्योंकि ये आपां नूं दसदा है कि आपां नूं की करना चाहिदा है। आपां नूं अपने उपभोग दे विच की लियानी चाहिदी है, विभिन्नता लेके आनी चाहिदी है। उपभोग च विभिन्नता दा मतलब की होया कि आपां नूं इक्को वर्गियां चीज़ां दा उपभोग नहीं करना चाहिदा। जिवें आपां कल एग्जांपल लई सी ਆਪਾਂ ਕਿਹਾ ਸੀ ਵੀ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਨੂੰ ਲੋ ਜੀ ਮੈਨੂੰ ਤਾਂ ਨਾ ਮਟਰ ਪਨੀਰ ਬੜੇ ਵਧੀਆ ਲੱਗਦੇ ਆ। ਠੀਕ ਹੈ, ਹੁਣ ਮਟਰ ਪਨੀਰ ਕਿਉਂ ਵਧੀਆ ਲੱਗਦੇ ਆ? ਉਹ ਇਸ ਕਰਕੇ ਵਧੀਆ ਲੱਗਦੇ ਆ ਕਿਉਂਕਿ ਮਟਰ ਪਨੀਰ ਕਦੇ ਕਦੇ ਬੰਦੇ ਆ। ਜੇ ਮੰਨ ਲਓ ਰੋਜ਼ ਹੀ ਉਹਦੇ ਘਰੇ ਮਟਰ ਪਨੀਰ बनना शुरू हो जाए की होएगा अक जाएगा अखीर ते। ठीक है ना, तो क्यों क्यों अकेगा? क्योंकि उन्हें लगातार इको ही चीज का उपभोग किया। मान लो सवेरे ब्रेकफास्ट लंच डिनर दे विच तीनों टाइम मटर पनीर खावे हफ्ता की होएगा अक जाएगा मटर पनीर खा खा के। तो की होएगा तुष्टिगुण की होएगा घटेगा। ਇਹ ਨਿਯਮ ਕਹਿੰਦਾ ਹੈ ਵੀ ਜਿਵੇਂ ਜੇਕਰ ਤੁਸੀਂ ਇੱਕ ਹੀ ਚੀਜ਼ ਨੂੰ ਵਾਰ-ਵਾਰ ਵਰਤਿਆ ਵਾਰ-ਵਾਰ ਉਪਭੋਗ ਕੀਤਾ ਤੁਹਾਨੂੰ ਮਿਲਣ ਵਾਲਾ
तुष्टि गुण की होएगा, घटना शुरू हो जाएगा जे इस नियम तो बचना है। ठीक है, गल समझ लग रही है? जे इस नियम तो बचना है। बचना मतलब की है भी तुसी चाहते हो भी जो भी वस्तु दा सीमांत तुष्टि गुण है वो ना घटे। ठीक है, ਤੁਹਾਡੀ संतुष्टि ना घटे, ਤੁਹਾਨੂੰ मटर पनीर वधिया लगदा रहे ਤਾਂ ਕੀ करो, मटर पनीर कदे कदे खाओ, रोज नहीं खाना। ਤਾਂ उपभोग ਦੇ ਵਿੱਚ ਕੀ ਲੈ ਕੇ ਆਓ, विभिन्नता लेके आओ। हर रोज नवीं नवीं चीज़ां जड़ियां ने उन्हां दा उपभोग करो। कदे मटर पनीर खा ले, कदे आलू गोभी खा ले, कदे आलू गोभी ना खादे ता गोभी आलू खा ले, बदल लिया ना, आलू गोभी ते गोभी आलू। ठीक है, बदल लिया इस चीज नू। कदे कड़ी खा ली है, कदे होर चीज खा ली, पर जो भी खाना है वेजिटेरियन खाना है। वेजिटेरियन खाने अच्छे होंगे, नॉन वेज अच्छे नहीं होंगे। ठीक है, ता रोज बदल बदल के जड़ा वो चीज़ां खाओ तो ਤੁਹਾਡਾ ਜਿਹੜਾ सीमांत तुष्टि गुण है वो कदे भी नहीं घटेगा। ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਧੀਆ ਲੱਗਣਗੀਆਂ। ਫਿਰ ਇਹ ਤਾਂ ਉਹਨੇ ਕੀ ਕਿਹਾ, ਜਿਹੜੇ ਉਪਭੋਗਤਾ ਸੀ, ਉਪਭੋਗਤਾਵਾਂ ਨੂੰ ਕਿਹਾ ਵੀ ਦੇਖੋ ਇੱਕੋ ਚੀਜ਼ ਦਾ ਉਪਭੋਗ ਨਹੀਂ ਕਰਨਾ ਰੋਜ਼ ਰੋਜ਼, ਇੱਕੋ ਵਰਗੀ ਸਬਜ਼ੀ ਨਹੀਂ ਖਾਣੀ ਰੋਜ਼ ਰੋਜ਼, ਬਦਲ ਬਦਲ ਕੇ ਖਾਣੀ ਹੈ। ਨਾਲ ਦੇ ਨਾਲ ਉਹਨੇ ਜਿਹੜੇ ਉਤਪਾਦਕ ਨੇ, ਠੀਕ ਹੈ, ਤਾਂ ਉਹਨਾਂ ਨੂੰ ਵੀ ਕਹਿਤਾ ਤੁਸੀਂ ਕੀ ਕਰਨਾ ਹੈ, ਤੁਸੀਂ ਲੈ ਕੇ ਆਣੀ ਹੈ ਉਤਪਾਦਨ ਵਿੱਚ ਵਿਭਿੰਨਤਾ। ਠੀਕ ਹੈ, ਤੁਸੀਂ ਉਤਪਾਦਨ ਵਿੱਚ ਵਿਭਿੰਨਤਾ ਲੈ ਕੇ ਆਓ। ਉਤਪਾਦਨ ਮਤਲਬ ਤੁਸੀਂ ਇੱਕੋ ਚੀਜ਼ ਦਾ ਉਤਪਾਦਨ नहीं करना, ਤੁਸੀਂ ਕੀ ਕਰਨਾ ਹੈ, ਚੀਜ਼ਾਂ ਦਾ ਬਦਲ ਬਦਲ ਕੇ ਉਤਪਾਦਨ ਕਰਨਾ ਹੈ। ਬਦਲ ਬਦਲ ਕੇ ਮਤਲਬ ਹੁਣ ਸੋਚੋ ਵੀ ਆਪਾਂ ਕਈ ਵਾਰੀ ਨਾ ਕਈ ਕੰਪਨੀਆਂ ਦੀਆਂ ਚੀਜ਼ਾਂ ਪੁਰਾਣੇ ਜ਼ਮਾਨੇ 'ਚ ਖਰੀਦੇ ਹੁੰਦੇ ਸੀ। ਠੀਕ ਹੈ, ਜਿਵੇਂ ਮੇਰੀ ਤੇ ਮੇਰੀ ਵਾਈਫ ਦੀ ਕੱਲ ਗੱਲ ਹੋ ਰਹੀ ਸੀ ਵੀ ਕਿਸੇ ਟਾਈਮ ਤੇ ਨਾ ਇੱਕ ਸਾਬਣ ਹੁੰਦਾ ਸੀ। ਠੀਕ ਹੈ, ਉਹ ਬੜਾ ਚੱਲਦਾ ਹੁੰਦਾ ਸੀ ਸਾਬਣ। ਅੱਜ ਕੱਲ ਉਹ ਸਾਬਣ ਨੂੰ ਕੋਈ ਨਹੀਂ ਖਰੀਦਦਾ। ਕਿਉਂ ਨਹੀਂ ਖਰੀਦਦਾ? ਕਿਉਂਕਿ ਹੁਣ ਉਸ ਤੋਂ ਵਧੀਆ ਸਾਬਣ ਬੜੇ ਆ ਗਏ। ਉਹ ਜਿਹੜਾ ਸਾਬਣ ਸੀ ਉਸ ਨੂੰ ਉਹਨੇ ਕੀ ਕੀਤਾ, ਆਪਣੇ ਆਪ 'ਚ ਕੋਈ ਬਦਲਾਵ ਨਹੀਂ ਲਿਆਂਦਾ। ਯਾਨੀ ਜਿਵੇਂ ਜਿਵੇਂ ਟਾਈਮ ਬਦਲ ਰਿਹਾ ਹੈ, ਕੰਪੀਟੀਸ਼ਨ ਵੱਧ ਰਿਹਾ ਹੈ, ਉਹਨੂੰ ਕੀ ਕਰਨਾ ਚਾਹੀਦਾ ਸੀ, ਆਪਦੀ ਕੁਆਲਿਟੀ ਵਿੱਚ ਚੇਂਜ ਕਰਦੇ, ਠੀਕ ਹੈ, ਦੀ ਪੈਕਿੰਗ ਦੇ ਵਿੱਚ ਚੇਂਜ ਕਰਦੇ, ਟੀਵੀ ਦੇ ਉੱਪਰ ਐਡ ਦਿੰਦੇ। ਉਹਨਾਂ ਨੇ ਕੁਝ ਨਹੀਂ ਕੀਤਾ। ਕੀ ਹੋਇਆ, ਹੌਲੀ ਹੌਲੀ ਸਾਬਣ ਖਤਮ। ਤਾਂ ਇਹ ਚੀਜ਼ ਜਿਹੜਾ ਹੈ ਉਹ ਦੱਸਦਾ ਵੀ ਤੁਹਾਨੂੰ ਟਾਈਮ ਦੇ ਨਾਲ ਬਦਲਣਾ ਪਏਗਾ। ਤੁਹਾਨੂੰ ਟਾਈਮ ਦੇ ਨਾਲ ਜਿਹੜਾ ਉਤਪਾਦਨ ਹੈ ਉਹਦੇ 'ਚ ਵਿਭਿੰਨਤਾ ਲਿਆਣੀ ਪਏਗੀ। ਨਹੀਂ ਤਾਂ ਕੀ ਹੋਏਗਾ, ਲੋਕੀ ਤੁਹਾਡੀ ਇੱਕੋ ਚੀਜ਼ ਦਾ ਉਪਭੋਗ ਕਰ ਕਰਕੇ ਬੋਰ ਹੋ ਜਾਣਗੇ ਤਾਂ ਤੁਹਾਡੀ ਬਣਾਈ ਚੀਜ਼ ਕੋਈ ਨਹੀਂ ਖਰੀਦੇਗਾ। ਜਿਵੇਂ ਅਗਰ ਆਪਾਂ ਐਗਜ਼ਾਮਪਲ ਲਈਏ, ਅਗਰ ਮੰਨ ਲਓ ਆਪਾਂ ਪੇਸਟ ਲੈਣ ਜਾਈਏ। ਠੀਕ ਹੈ, ਹੁਣ ਕੀ ਹੈ, ਮੰਨ ਲਓ ਕਿ ਮੈਂ ਕੋਲਗੇਟ ਦੀ ਪੇਸਟ ਲੈਣ ਚਲਾ ਗਿਆ। ਹੁਣ ਅਗਰ ਮੈਂ ਕੋਲਗੇਟ ਦੀ ਪੇਸਟ ਖਰੀਦਾਂਗਾ ਨਾ, ਤਾਂ ਅਗਰ ਮੈਂ ਮੰਨ ਲਓ 4-5 ਵਾਰੀ ਕੋਲਗੇਟ ਦੀ ਪੇਸਟ ਲੈ ਆਇਆ, मैं बोर हो जाऊंगा। मैं कहा छड़ यार पेस्ट ना चेंज करते हैं। हुण इस वारी मैं की कीता, मैं क्लोजअप दी ले आया। 4-5 वारी मैं क्लोजअप दी वरती, फिर मैं कहा यार क्लोजअप तो भी बोर हो गए, आपां की करदे हां, आपां इस वारी पेप्सोडेंट ले आने आ। ठीक है, मैं वो 4-5 वारी वरतूंगा। हुण मैं की कर रहा, कंपनी बदल रहा। हुण कोलगेट वाला चाहता है कि अमित जिहड़ा है वो मेरी पेस्ट तो बोर ना होवे। मतलब कोलगेट वाला चाहता है सारी जिंदगी कोलगेट ही खरीदता रहे, एक क्लोजअप ते पेप्सोडेंट ते जावे ही ना। तो कोलगेट वाला की करेगा, अगर वो मैनू इको वर्गी पेस्ट देगा तो मैं की हो जाऊंगा, मैं तो बोर हो जाऊंगा ना उनकी इको पेस्ट वर्त वर्त के। तो फिर कोलगेट वाला की करता है, कोलगेट वाला अपन कई तरह की कोलगेट दिंदा है। जिवें पहला मान लो मैं ले आया कोलगेट टोटल, मैं हो गया कोलगेट टोटल तो बोर। मैं बाजार गया, ਉਹ ਕਹਿੰਦਾ ਕੋਈ ਨਹੀਂ ਸਰ, ਕੋਲਗੇਟ ਟੋਟਲ ਤੋਂ ਬੋਰ ਹੋਇਆ ਨਾ, ਆ ਤੁਸੀਂ ਕੋਲਗੇਟ ਸਾਲਟ ਲਓ, ਇਹਦੇ ਚ ਜਿਹੜਾ ਨਮਕ ਪਾਇਆ ਹੋਇਆ, ਇਹਦੇ ਚ ਨਿੰਬੂ ਪਾਇਆ ਹੋਇਆ, ਤੁਸੀਂ ਇਹ ਵਾਲੀ ਪੇਸਟ ਲੈ ਲਓ। ਮੈਂ ਕਿਹਾ ਚਲ ਕੋਈ ਨਹੀਂ, ਫਲੇਵਰ ਚੇਂਜ ਹੋ ਜਾਏਗਾ। ਫਿਰ ਮੈਂ 4-5 ਵਾਰੀ ਜਿਹੜੀ ਹੈ ਉਹ ਕੋਲਗੇਟ ਸਾਲਟ ਯੂਜ਼ ਕੀਤੀ। ਫਿਰ ਮੈਂ ਬੋਰ ਹੋ ਗਿਆ, ਮੈਂ ਅਗਲੀ ਵਾਰੀ ਗਿਆ, ਮੈਂ ਕਿਹਾ ਨਹੀਂ ਹੁਣ ਤਾਂ ਮੈਂ ਚੇਂਜ ਕਰਨੀ ਹੈ, ਮੈਂ ਤਾਂ ਕਲੋਜ਼ਅਪ ਜਾਊਂਗਾ। ਉਹ ਕਹਿੰਦਾ ਰਹਿਣ ਦਿਓ ਸਰ, ਕੋਲਗੇਟ ਲਓ, ਤੁਸੀਂ ਕੋਲਗੇਟ ਜੈਲ ਲਓ, ਤੁਸੀਂ ਕੋਲਗੇਟ ਐਕਟਿਵ ਵਾਈਟਨਿੰਗ ਲਓ, ਤੁਸੀਂ ਕੋਲਗੇਟ ਚਾਰਕੋਲ ਲਓ। ਉਹ ਤੁਹਾਨੂੰ ਕੋਲਗੇਟ ਦੇ ਵਿੱਚ ਹੀ 10-15 ਜਿਹੜੀਆਂ ਕੋਲਗੇਟ ਪਕੜਾ ਦੇਗਾ ਤਾਂ ਕਿ ਤੁਸੀਂ ਉਹਦੀ ਪੇਸਟ ਨਾ ਛੱਡੋ। मतलब उन्हें की करना है, आदे उत्पादन दे विच की करना है, विभिन्नता लेके आनी है ताकि की किया जा सके जेडे लोग ने उनकी चीज तो जिहड़ा है वो बोर ना होन। ठीक हो गया। उस तो बाद अगर आपां नेक्स्ट पॉइंट की गल करिए जिथे घटदे सीमांत तुष्टि गुण दा नियम अपनी मदद करता है, वो करता है किसी भी वस्तु दी कीमत दा निर्धारण करन दे विच। ठीक है, ਹੁਣ ਕੀਮਤ ਨਿਰਧਾਰਨ ਦੇ ਵਿੱਚ ਕਿਵੇਂ ਮਦਦ ਕਰਦਾ ਹੈ? ਦੇਖੋ ਆਪਾਂ ਜਦੋਂ ਵੀ ਕਿਸੇ ਵੀ ਚੀਜ਼ ਦੀ ਕੀਮਤ ਦਿੰਨੇ ਆ, ਠੀਕ ਹੈ, ਆਪਾਂ ਹੁਣੇ ਗੱਲ ਕੀਤੀ ਸੀ ਆ ਮੰਗ ਦੇ ਨਿਯਮ ਦੇ ਵਿੱਚ, ਆਪਾਂ ਜਦੋਂ ਕਿਸੇ ਵੀ ਚੀਜ਼ ਦੀ ਕੋਈ ਕੀਮਤ ਦਿੰਨੇ ਆ ਤਾਂ ਕਿੰਨੀ ਦਿੰਨੇ ਆ?
ਜਿੰਨੀ ਆਪਾਂ ਨੂੰ ਉਸ ਤੋਂ ਸੰਤੁਸ਼ਟੀ ਮਿਲ ਰਹੀ ਹੁੰਦੀ ਹੈ। ਹੁਣ ਦੁਕਾਨਦਾਰ ਨੂੰ ਇੱਕ ਚੀਜ਼ ਦਾ ਪਤਾ ਹੈ ਵੀ ਜਿਵੇਂ ਜਿਵੇਂ ਇਹ ਕੀ ਕਰੇਗਾ, ਹਰੇਕ ਵਸਤੂ ਦੀ ਹੋਰ ਇਕਾਈਆਂ ਵਰਤੇਗਾ, ਇਹਨੂੰ ਹਰੇਕ ਅਗਲੀ ਇਕਾਈ ਤੋਂ ਜਿਹੜਾ ਤੁਸ਼ਟੀ ਗੁਣ ਮਿਲੇਗਾ, ਜਿਹੜੀ ਸੰਤੁਸ਼ਟੀ ਮਿਲੇਗੀ, ਉਹ ਕੀ ਮਿਲੇਗੀ, ਘੱਟ ਮਿਲੇਗੀ। ਤਾਂ ਉਹ ਕੀ ਕਰੇਗਾ, ਹੁਣ ਪਤਾ ਹੈ ਜੇ ਸੰਤੁਸ਼ਟੀ ਘੱਟ ਮਿਲੇਗੀ, ਅਗਰ ਮੈਂ ਇਹਦੇ ਕੋਲ ਕੀਮਤ ਜ਼ਿਆਦਾ ਮੰਗੀ ਤੇ ਦੇਵੇਗਾ ਨਹੀਂ, ਤਾਂ ਫਿਰ ਕੀ ਹੋਊਗਾ, ਇਹਦੇ ਕੋਲ ਕੀਮਤ ਵੀ ਜਿਹੜੀ ਹੈ ਉਹ ਘੱਟ ਲੈਣੀ ਪਏਗੀ। ਤਾਂ ਜਿਹੜੇ ਦੁਕਾਨਦਾਰ ਨੇ, ਅਗਰ ਉਹ ਚਾਹੁੰਦੇ ਨੇ ਕਿ ਮੈਂ 1 ਕਿਲੋ ਅੰਬ ਦੀ ਬਜਾਏ 2 ਕਿਲੋ ਅੰਬ ਖਰੀਦਾਂ, ਉਹਨਾਂ ਨੂੰ ਕੀ ਕਰਨਾ ਪਏਗਾ, ਉਹਨਾਂ ਨੂੰ ਅੰਬ ਦੀ ਕੀਮਤ 100 ਰੁਪਏ ਤੋਂ ਘਟਾਣੀ ਪਏਗੀ। ਅਗਰ 100 ਰੁਪਏ ਤੋਂ ਕੀਮਤ ਘਟੇਗੀ, ਮੈਂ ਤਾਂ ਹੀ 2 ਕਿਲੋ ਅੰਬ ਖਰੀਦਾਂਗਾ, ਨਹੀਂ ਤਾਂ ਮੈਨੂੰ ਖਰੀਦਣ ਦੀ ਕੀ ਲੋੜ ਹੈ। ਤਾਂ ਇਹ ਜਿਹੜਾ ਨਿਯਮ ਹੈ ਉਹ ਕੀਮਤ ਨਿਰਧਾਰਨ ਕਰਨ ਦੇ ਵਿੱਚ ਵੀ ਆਪਣੀ ਮਦਦ ਜਿਹੜਾ ਹੈ ਉਹ ਕਰਦਾ ਹੈ। ਫਿਰ ਅਗਰ ਆਪਾਂ ਹੋਰ ਗੱਲ ਕਰੀਏ ਤਾਂ ਇਹ ਜਿਹੜਾ ਨਿਯਮ ਹੈ ਇਹ ਹੈ ਪ੍ਰਗਤੀਸ਼ੀਲ ਕਰਾਂ ਦਾ ਆਧਾਰ। ਠੀਕ ਹੈ, ਹੁਣ ਜਿਹੜੇ ਪ੍ਰਗਤੀਸ਼ੀਲ ਕਰ ਨੇ, ਪ੍ਰਗਤੀਸ਼ੀਲ ਕਰ ਜਿਹੜੇ ਨੇ ਉਹ ਕਿਹੜੇ ਹੁੰਦੇ ਆ, ਪ੍ਰਗਤੀਸ਼ੀਲ ਕਰ ਨੇ ਆਪਣੇ ਇੰਡੀਆ ਚੱਲਦੇ ਆ। ਜਿਵੇਂ ਜਿਵੇਂ ਆਮਦਨ ਵੱਧਦੀ ਹੈ ਨਾ, ਟੈਕਸ ਕੀ ਹੁੰਦਾ ਹੈ, ਵੱਧਦਾ ਹੈ। ਇੰਡੀਆ 'ਚ ਕੀ ਹੈ ਵੀ ਜਿਹੜੇ ਲੋਕਾਂ ਦੀ ਆਮਦਨ ਤਾਂ ਬਹੁਤ ਘੱਟ ਹੈ, ਉਹਨਾਂ ਦਾ ਤਾਂ ਕੋਈ ਟੈਕਸ ਨਹੀਂ ਹੈਗਾ। ਜਿਨ੍ਹਾਂ ਦੀ ਥੋੜੀ ਜਿਹੀ ਆਮਦਨ ਹੋਗੀ ਨਾ, ਸਰਕਾਰ ਕੀ ਖਾਵੇ, ਥੋੜੀ ਬਹੁਤੀ ਆਮਦਨ ਹੋਣ ਲੱਗ ਪਈ ਹੈ ਨਾ ਤਾਂ ਟੈਕਸ ਦਿਓ। ਅਗਰ ਥੋੜੀ ਜਿਹੀ ਆਮਦਨ ਹੋਰ ਹੋਣ ਲੱਗ ਪਈ ਤਾਂ ਟੈਕਸ ਹੋਰ ਵੱਧ ਜਾਏਗਾ, ਹੋਰ ਆਮਦਨ ਹੋਗੀ ਟੈਕਸ ਹੋਰ ਵੱਧ ਜਾਏਗਾ। ਕਿਉਂ, ਸਰਕਾਰ ਕਹਿੰਦੀ ਹੈ ਵੀ ਜਿਵੇਂ ਜਿਵੇਂ ਇੱਕ ਬੰਦੇ ਦੇ ਕੋਲ ਪੈਸਾ ਜ਼ਿਆਦਾ ਆਉਂਦਾ ਹੈ ਤਾਂ ਕੀ ਹੁੰਦਾ ਹੈ, ਉਹਦੇ ਵਾਸਤੇ ਜਿਹੜੀ ਪੈਸੇ ਦਾ ਤੁਸ਼ਟੀ ਗੁਣ ਹੈ ਉਹ ਕੀ ਹੋਏਗਾ, ਘਟੇਗਾ। ਠੀਕ ਹੈ, ਆਪਾਂ ਕਹਿੰਦੇ ਨਾ ਕਿ ਮੰਨ ਲਓ ਬਿਲ ਗੇਟਸ ਇੰਡੀਆ ਆਇਆ ਜੀ ਤੇ 400 ਕਰੋੜ ਦਾਨ ਦੇ ਗਿਆ। 400 ਕਰੋੜ ਰੁਪਏ ਦਾ ਦਾਨ ਦੇਣਾ ਸੋਚਣ ਵਾਲੀ ਗੱਲ ਹੈ। ਐਡਾ ਵੱਡਾ ਦਾਨ ਕੌਣ ਕਰਦਾ, ਉਹੀ ਕਰੇਗਾ। ਕਿਉਂ, ਉਹ ਕਹਿੰਦਾ ਇੰਨੇ ਪੈਸੇ ਨੇ ਕੋਈ ਫਰਕ ਨਹੀਂ ਪੈਂਦਾ। ਆਪਾਂ ਆਮ ਤੌਰ ਤੇ ਕਹਿੰਦੇ ਆ ਨਾ ਵੀ ਬਹੁਤ ਪੈਸੇ ਹੈ ਕੋਈ ਫਰਕ ਨਹੀਂ ਪੈਂਦਾ, ਉਹੀ ਸਰਕਾਰ ਕਹਿੰਦੀ ਹੈ ਵੀ ਜੇਕਰ ਤੇਰੇ ਕੋਲ ਬਹੁਤ ਪੈਸੇ ਨੇ ਨਾ ਫਿਰ ਤੈਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਨਾ, ਫਿਰ ਕੀ ਹੋਏਗਾ, ਤੇਰੇ ਕੋਲ ਅਗਰ ਅਸੀਂ ਜ਼ਿਆਦਾ ਟੈਕਸ ਵੀ ਲੈ ਲਾਂਗੇ ਤੈਨੂੰ ਤੇ ਕੋਈ ਪ੍ਰਭਾਵ ਨਹੀਂ ਪੈਣਾ। ਤਾਂ ਸਰਕਾਰ ਕੀ ਕਰਦੀ ਹੈ, ਘਟਦੇ ਸੀਮਾਂਤ ਤੁਸ਼ਟੀ ਗੁਣ ਦੇ ਨਿਯਮ ਨੂੰ ਆਦੇ ਧਿਆਨ ਦੇ ਵਿੱਚ ਰੱਖਦੀ ਹੈ। ਫਿਰ ਕੀ ਕਰਦੀ ਹੈ, ਜਿਵੇਂ ਜਿਵੇਂ ਆਮਦਨ ਵੱਧਦੀ ਹੈ, ਬੰਦੇ ਕੋਲ ਜਿਹੜਾ ਪੈਸਾ ਆਉਂਦਾ ਹੈ ਉਹਦਾ ਤੁਸ਼ਟੀ ਗੁਣ ਘਟਦਾ ਜਾਂਦਾ ਹੈ, ਸਰਕਾਰ ਟੈਕਸ ਜਿਹੜਾ ਹੈ ਉਹ ਕੀ ਕਰਦੀ ਹੈ, ਵਧਾਉਂਦੀ ਰਹਿੰਦੀ ਹੈ। ਫਿਰ ਆਪਾਂ ਇੱਕ ਹੋਰ ਚੀਜ਼ ਲੈ ਸਕਦੇ ਹਾਂ, ਉਹਨੂੰ ਆਪਾਂ ਕਹਿੰਦੇ ਆ ਪੁਨਰ ਵੰਡ ਦਾ ਆਧਾਰ। ਪੁਨਰ ਵੰਡ ਕੀ ਚੀਜ਼ ਹੈ, ਪੁਨਰ ਹੁੰਦਾ ਦੁਬਾਰਾ ਤੋਂ ਵੰਡਣਾ। ਆਪਾਂ ਕਹਿੰਦੇ ਆ ਵੀ ਆਪਣੇ ਸਮਾਜ ਦੇ ਵਿੱਚ ਨਾ ਜਿਹੜੇ ਲੋਕ ਨੇ ਉਹਨਾਂ ਸਾਰੇ ਲੋਕਾਂ ਕੋਲ ਨਾ ਬਰਾਬਰ ਪੈਸੇ ਨਹੀਂ ਹੈਗੇ। ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਪੈਸਾ ਬੜਾ ਘੱਟ ਹੈ, ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ। ਜਿਨ੍ਹਾਂ ਕੋਲ ਤਾਂ ਬਹੁਤ ਜ਼ਿਆਦਾ ਹੈ, ਠੀਕ ਹੈ, ਉਹਨਾਂ ਕੋਲ ਪੈਸੇ ਦੀ ਕੋਈ ਇੰਪੋਰਟੈਂਸ ਨਹੀਂ ਹੈ, ਉਹ ਕਹਿੰਦੇ ਪੈਸੇ ਦੀ ਕੀ ਹੈ, ਪੈਸਾ ਹੱਥ ਦੀ ਮੈਲ ਹੁੰਦਾ ਹੈ। ਠੀਕ ਹੈ, ਜਿਨ੍ਹਾਂ ਕੋਲ ਬਹੁਤ ਘੱਟ ਹੈ ਉਹ ਕਹਿੰਦੇ ਵੀ ਅਗਰ ਪੈਸਾ ਹੱਥ ਦੀ ਮੈਲ ਹੁੰਦਾ ਹੈ ਤਾਂ ਫਿਰ ਇੱਕ ਦਿਨ ਹੱਥ ਧੋ ਲਓ, ਮਾੜੀ ਜੀ ਮੈਲ ਸਾਨੂੰ ਵੀ ਦੇ ਦਿਓ। ਤਾਂ ਜਿਹੜੇ ਘੱਟ ਆਮਦਨ ਵਾਲੇ ਲੋਕ ਨੇ ਉਹਨਾਂ ਕੋਲ ਪੈਸੇ ਦੀ ਇੰਪੋਰਟੈਂਸ ਬੜੀ ਜ਼ਿਆਦਾ ਹੈ। ਜਿਹੜੇ ਬਹੁਤ ਅਮੀਰ ਲੋਕ ਨੇ ਉਹਨਾਂ ਕੋਲ ਪੈਸੇ ਦੀ ਇੰਪੋਰਟੈਂਸ ਬਹੁਤ ਘੱਟ ਹੈ। ਫਿਰ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਆਮਦਨ ਦੀ ਦੁਬਾਰਾ ਤੋਂ ਵੰਡ ਕਰਨੀ ਚਾਹੀਦੀ ਹੈ। ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਆ ਜਿਹੜਾ ਉੱਪਰ ਵਾਲਾ ਪੁਆਇੰਟ ਹੈ ਨਾ ਇਹਦੀ ਮਦਦ ਲੈਣੀ ਚਾਹੀਦੀ ਹੈ ਵੀ ਸਰਕਾਰ ਕੀ ਕਰੇ, ਜਿਹੜੇ ਅਮੀਰ ਲੋਕ ਨੇ ਉਹਨਾਂ ਤੇ ਲਾਵੇ ਜ਼ਿਆਦਾ ਟੈਕਸ, ਉਥੋਂ ਲਵੇ ਪੈਸਾ। ਗਰੀਬਾਂ ਤੇ ਟੈਕਸ ਨਾ ਲਾਵੇ, ਬਲਕਿ ਉਹਨਾਂ ਨੂੰ ਉਹ ਜਿਹੜਾ ਪੈਸਾ ਅਮੀਰਾਂ ਤੋਂ ਇਕੱਠਾ ਕੀਤਾ ਹੈ ਟੈਕਸ ਦੇ ਤੌਰ ਤੇ ਉਹ ਗਰੀਬਾਂ ਨੂੰ ਦੇਵੇ। ਕਿੰਦੀ ਫਾਰਮ ਦੇ ਵਿੱਚ, ਸਬਸਿਡੀ ਦੇ ਤੌਰ ਤੇ। ਯਾਨੀ ਕੀ ਹੋਏਗਾ, ਜੇ ਉਹਨੂੰ ਸਬਸਿਡੀ ਮਿਲੂਗੀ ਗਰੀਬਾਂ ਨੂੰ ਤਾਂ ਕੀ ਹੋਊਗਾ, ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਜਾਏਗਾ। ਅਮੀਰਾਂ ਕੋਲ ਟੈਕਸ ਜ਼ਿਆਦਾ ਵੀ ਲੈ ਲਾਂਗੇ ਤਾਂ ਕੋਈ ਫਰਕ ਨਹੀਂ ਪਏਗਾ। ਠੀਕ ਹੈ, ਤਾਂ ਜਿਹੜਾ ਆਪਾਂ ਨੂੰ ਪੁਨਰ ਵੰਡ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਤਾਂ ਫਿਰ ਲਾਸਟ ਪੁਆਇੰਟ ਤਾਂ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਆਪਾਂ ਕਹਾਂਗੇ ਉਪਭੋਗਤਾ ਨੂੰ ਕੀ ਹੈ ਲਾਭ ਹੈ। ਕੀ ਲਾਭ ਹੈ ਉਪਭੋਗਤਾ ਨੂੰ, ਵੀ ਉਪਭੋਗਤਾ ਚਾਵੇ ਤਾਂ ਇਸ ਨਿਯਮ ਦੀ ਮਦਦ ਨਾਲ ਆਪਣਾ ਸੰਤੁਲਨ ਪ੍ਰਾਪਤ ਕਰ ਸਕਦਾ ਹੈ। ਉਪਭੋਗਤਾ ਇੱਕ ਐਜੀ ਸਥਿਤੀ ਪ੍ਰਾਪਤ ਕਰ ਸਕਦਾ ਹੈ ਜਿੱਥੇ ਉਹ ਲੱਗੂਗਾ ਕਿ ਮੈਂ ਆਦੀ ਸੰਤੁਸ਼ਟੀ ਵੱਧ ਤੋਂ ਵੱਧ ਕਰ ਲਈ। ਮਤਲਬ ਉਹਨੂੰ ਪਤਾ ਹੈ ਕਿ ਹਰੇਕ ਵਸਤੂ ਦੀ ਅਗਲੀ ਇਕਾਈ ਤੋਂ ਮਿਲਣ ਵਾਲਾ ਸੀਮਾਂਤ ਤੁਸ਼ਟੀ ਗੁਣ ਘਟਣਾ ਹੈ, ਤਾਂ ਉਹ ਕੀ ਕਰੇਗਾ, ਉਹ ਕਿਸੇ ਵਸਤੂ ਦੀਆਂ ਉਨੀਆਂ ਹੀ ਇਕਾਈਆਂ ਖਰੀਦੇਗਾ ਜਿੱਥੇ ਉਹਨੂੰ ਇਹ ਲੱਗੇਗਾ ਵੀ ਇਹਦੇ ਬਦਲੇ ਮੈਂ ਇੰਨੇ ਪੈਸੇ ਦੇ ਰਿਹਾ, ਇੱਥੋਂ ਮੈਨੂੰ ਇੰਨਾ ਤੁਸ਼ਟੀ ਗੁਣ ਮਿਲਦਾ ਪਿਆ, ਚਲੋ ਜਿੰਨੇ ਪੈਸੇ ਦਿੱਤੇ ਆ ਨਾ ਤੁਸ਼ਟੀ ਗੁਣ ਵੀ ਓਨਾ ਹੀ ਮਿਲਿਆ, ਬਰਾਬਰ ਹੈ। ਤਾਂ ਉੱਥੇ ਕੀ ਹੋਏਗਾ, ਉਹ ਸੰਤੁਲਨ ਦੇ ਵਿੱਚ
ਵਿੱਚ ਹੋਏਗਾ ਤਾਂ ਉਹ ਆਪਣੀ ਸਥਿਤੀ ਨੂੰ ਸਭ ਤੋਂ ਵਧੀਆ ਕਰ ਰਿਹਾ ਹੋਏਗਾ ਤਾਂ ਉਪਭੋਗਤਾ ਨੂੰ ਵੀ ਇਹਦੇ ਤੋਂ ਲਾਭ ਜਿਹੜਾ ਹੈ ਉਹ ਮਿਲ ਸਕਦਾ ਹੈ। ਠੀਕ ਹੋ ਗਿਆ। ਤਾਂ ਇਹ ਸੀ ਆਪਣੇ ਕੋਲ ਘਟਦੇ ਸੀਮਾਂਤ ਤੁਸ਼ਟੀਗੁਣ ਦੇ ਨਿਯਮ ਦਾ ਮਹੱਤਵ। ਅੱਜ ਆਪਣਾ ਇੰਨਾ ਹੀ ਟੌਪਿਕ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਸਮ ਸੀਮਾਂਤ ਤੁਸ਼ਟੀਗੁਣ ਦੇ ਨਿਯਮ ਦੀ, ਜਿਹੜਾ ਆਪਾਂ ਥੋੜਾ ਜਿਹਾ ਸਮਝਿਆ ਆਪਾਂ ਅਗਲੇ ਲੈਕਚਰ 'ਚ ਇਹਨੂੰ ਡਿਟੇਲ ਦੇ ਵਿੱਚ ਦੇਖਾਂਗੇ। ਨਾਲ ਦੇ ਨਾਲ ਆਪਾਂ ਦੇਖਾਂਗੇ ਸਮ ਸੀਮਾਂਤ ਤੁਸ਼ਟੀਗੁਣ ਦੇ ਨਿਯਮ ਦਾ ਮਹੱਤਵ। ਤਾਂ ਆਪਣਾ ਅਗਲਾ ਲੈਕਚਰ ਰਹੇਗਾ। ਮਿਲਦੇ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ।